परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी है राजा हरिचंद दी। गुरबाणी च लिखिया है, हरिचंद दान करै जस लेवै। राजा हरिचंद जी बड़े ही धर्मात्मा होए ਹਨ। ਇਹਨਾਂ ਦੀ ਸਤਵੰਤੀ ਪਟਰਾਣੀ ਦਾ ਨਾਮ ਤਾਰਾ ਸੀ, ਜੋ ਪੂਰਨ ਪਤੀਬ੍ਰਤਾ ਅਤੇ ਸਤਸੰਗਣ ਸੀ। ਇਹ ਹਰ ਰੋਜ਼ ਰਾਤ ਨੂੰ ਸਾਧ ਸੰਗਤ ਵਿੱਚ ਜਾ ਕੇ ਹਰੀ ਕੀਰਤਨ ਤੇ ਹਰੀ ਕਥਾ ਸੁਣਿਆ ਕਰਦੀ ਸੀ। ਇੱਕ ਦਿਨ ਰਾਣੀ ਦੇ ਸਾਧ ਸੰਗਤ ਵਿੱਚ ਚਲੇ ਜਾਣ ਦੇ ਮਗਰੋਂ ਰਾਜਾ ਹਰੀਚੰਦ ਜਾਗ ਪਿਆ ਤਾਂ ਰਾਣੀ ਨੂੰ ਆਪਣੇ ਬਿਸਤਰੇ ਉੱਪਰ ਨਾ ਵੇਖ ਕੇ ਉਹਨੂੰ ਬਹੁਤ ਸੋਚ ਹੋਈ ਕਿ ਇਸ ਵੇਲੇ ਰਾਣੀ ਕਿੱਥੇ ਚਲੀ ਗਈ। ਬਹੁਤ ਚਿਰ ਸੋਚਣ ਮਗਰੋਂ ਰਾਣੀ ਦੇ ਚਾਲ ਚਲਨ ਉੱਪਰ ਸ਼ੱਕ ਪੈ ਗਿਆ ਅਤੇ ਨਿਸ਼ਚਾ ਕੀਤਾ ਕਿ ਇਸ ਗੱਲ ਦਾ ਜ਼ਰੂਰ ਪਤਾ ਕਰਨਾ ਚਾਹੀਦਾ ਹੈ। ਅਗਲੇ ਦਿਨ ਰਾਜਾ ਮਚਲ ਮਾਰ ਕੇ ਲੰਮਾ ਪੈ ਰਿਹਾ ਤੇ ਕੁਰਾੜੇ ਮਾਰਨ ਲੱਗ ਪਿਆ। ਰਾਣੀ ਨੇ ਜਾਤਾ ਜੋ ਰਾਜਾ ਜੀ ਸੌਂ ਗਏ ਹਨ। ਉਸੇ ਵੇਲੇ ਰਾਣੀ ਉੱਠੀ ਤੇ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਸਤਸੰਗ ਕਰਨ ਨੂੰ ਤੁਰ ਪਈ। ਰਾਜਾ ਵੀ ਉਸ ਦੇ ਮਗਰ ਲੱਗ ਤੁਰਿਆ, ਪਰ ਰਾਣੀ ਨੂੰ ਇਸ ਗੱਲ ਦਾ ਕੁਝ ਵੀ ਪਤਾ ਨਾ ਲੱਗਾ। ਜਦ ਰਾਣੀ ਸਾਧ ਸੰਗਤ ਵਿੱਚ ਚਲੀ ਗਈ ਤਾਂ ਰਾਜੇ ਨੇ ਰਾਣੀ ਨੂੰ ਝੂਠਾ ਕਰਨ ਦੇ ਖਿਆਲ ਨਾਲ ਉਸ ਦੀ ਇੱਕ ਖੜਾਂ ਚੁੱਕ ਲਈ ਅਤੇ ਆਪਣੇ ਮਹਿਲਾਂ ਵਿੱਚ ਆ ਕੇ ਪਲੰਗ ਉੱਪਰ ਸੌਂ ਗਿਆ। ਜਦ ਸਾਧ ਸੰਗਤ ਵਿੱਚ ਕਥਾ ਕੀਰਤਨ ਦਾ ਭੋਗ ਪੈ ਗਿਆ ਤੇ ਸਾਰੇ ਸਤਸੰਗੀ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ। ਰਾਣੀ ਵੀ ਉੱਠੀ ਤੇ ਬਾਹਰ ਆ ਕੇ ਪਊਏ ਪਾਣ ਲੱਗੀ, ਯਾਨੀ ਖੜਾਵਾਂ ਪਾਣ ਲੱਗੀ ਤਾਂ ਇੱਕ ਖੜਾ ਨਾ ਵੇਖ ਕੇ ਰਾਣੀ ਨੂੰ ਚਿੰਤਾ ਹੋਈ। ਇੱਕ ਦੂਜੇ ਨੂੰ ਪੁੱਛਿਆ, ਪਰ ਖੜਾਂ ਦਾ ਪਤਾ ਕਿਤੋਂ ਵੀ ਨਾ ਲੱਗਿਆ। ਫਿਰ ਰਾਣੀ ਨੇ ਸਾਧ ਸੰਗਤ ਅੱਗੇ ਬੇਨਤੀ ਕੀਤੀ ਕਿ ਸਾਧ ਸੰਗਤ ਜੀ, ਨਗੂਣੇ ਪਊਏ ਦੇ ਚੋਰੀ ਹੋ ਜਾਣ ਦਾ ਤਾਂ ਕੋਈ ਫਿਕਰ ਨਹੀਂ ਹੈ, ਪਰ ਰਾਜਾ ਜੀ ਨੇ ਇਹ ਨਹੀਂ ਮੰਨਣਾ ਕਿ ਇਸ ਦੀ ਖੜਾ ਸਾਧ ਸੰਗਤ ਵਿੱਚ ਗੁੰਮ ਹੋ ਗਈ ਹੈ। ਉਹਨਾਂ ਨੇ ਮੇਰੇ ਪਤੀਬ੍ਰਤਾ ਧਰਮ ਉੱਤੇ ਸ਼ੱਕ ਕਰਨਾ ਹੈ ਅਤੇ ਇਹੋ ਕਹਿਣਾ ਹੈ ਕਿ ਰਾਣੀ ਨੇ ਕਿਸੇ ਪਰ ਪੁਰਸ਼ ਨੂੰ ਆਪਣੀ ਨਿਸ਼ਾਨੀ ਦੇ ਤੌਰ ਉੱਤੇ ਖੜਾਂ ਦੇ ਦਿੱਤੀ ਹੈ। ਇਸ ਲਈ ਪਤਾ ਨਹੀਂ ਕਿ ਮੈਨੂੰ ਘਰੋਂ ਹੀ ਕੱਢ ਦੇਵਣ ਜਾਂ ਹੋਰ ਕੋਈ ਸਜ਼ਾ ਹੀ ਦੇ ਦੇਣ। ਮੇਰੀ ਇੱਜ਼ਤ ਬਚਾਉਣੀ ਸਾਧ ਸੰਗਤ ਦੇ ਵੱਸ ਵਿੱਚ ਹੈ। ਰਾਣੀ ਦੀ ਸੱਚੀ ਅਤੇ ਪ੍ਰੇਮ ਭਰੀ ਹੋਈ ਬੇਨਤੀ ਸੁਣ ਕੇ ਸਾਧ ਸੰਗਤ ਨੇ ਕਰਤਾਰ ਜੀ ਦੇ ਅੱਗੇ ਪ੍ਰਾਰਥਨਾ ਕੀਤੀ, ਹੇ ਭਗਵਾਨ, ਇਹ ਤਾਰਾ ਦੇਵੀ ਆਪ ਜੀ ਦੀ ਅਨੰਨ ਭਗਤਨੀ ਹੈ। ਆਪ ਹਮੇਸ਼ਾ ਹੀ ਭਗਤਾਂ ਦੀ ਲਾਜ ਰੱਖਦੇ ਆਏ ਹੋ। ਇਸ ਵੇਲੇ ਇਸ ਦੇ ਪਤੀਬ੍ਰਤਾ ਧਰਮ ਨੂੰ ਧੱਬਾ ਲੱਗਦਾ ਹੈ। ਆਪ ਇਸ ਦੀ ਪੈਜ ਰੱਖੋ, ਇਹ ਆਪ ਜੀ ਦੀ ਸ਼ਰਨਾਗਤ ਹੈ। ਜਦ ਸਾਧ ਸੰਗਤ ਨੇ ਇਹ ਬੇਨਤੀ ਕੀਤੀ ਅਤੇ ਸਾਧ ਸੰਗਤ ਦੀ ਇਹ ਭਾਵਨਾ ਹੋਈ ਕਿ ਰਾਣੀ ਦੇ ਖੜਾਂ ਮਿਲ ਜਾਵਣ ਤਾਂ ਸੰਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਸ਼੍ਰੀ ਕਰਤਾਰ ਜੀ ਨੇ ਉੱਥੋਂ ਹੀ ਦੂਜੀ ਖੜਾਂ ਲੱਭ ਦਿੱਤੀ। ਉਹਨਾਂ ਦੋਹਾਂ ਖੜਾਵਾਂ ਨੂੰ ਪਹਿਨ ਕੇ ਰਾਣੀ ਆਪਣੇ ਘਰ ਆ ਗਈ। ਰਾਣੀ ਰੋਜ਼ ਵਾਂਗੂ ਆਪਣੇ ਘਰ ਆ ਕੇ ਪਲੰਗ ਉੱਤੇ ਸੌਂ ਗਈ। ਸਵੇਰੇ ਉੱਠਦਿਆਂ ਹੀ ਰਾਜੇ ਨੇ ਕਿਹਾ, ਤਾਰਾ, ਅੱਜ ਮੇਰੇ ਪਊਏ ਟੁੱਟ ਗਏ ਹਨ, ਯਾਨੀ ਖੜਾਵਾਂ ਟੁੱਟ ਗਈਆਂ ਹਨ। ਤੂੰ ਆਪਣੇ ਪਊਏ ਲੈ ਆਓ ਤਾਂ ਕਿ ਮੈਂ ਉਹੀ ਪਾ ਕੇ ਇਸ਼ਨਾਨ ਕਰ ਲਵਾਂ। ਰਾਜੇ ਦਾ ਹੁਕਮ ਸੁਣਦਿਆਂ ਹੀ ਰਾਣੀ ਨੇ ਪਊਏ ਲਿਆ ਕੇ ਰਾਜੇ ਦੇ ਪੈਰਾਂ ਅੱਗੇ ਰੱਖ ਦਿੱਤੇ। ਰਾਜਾ ਦੋਵੇਂ ਪਊਏ ਵੇਖ ਕੇ ਕੁਝ ਹੈਰਾਨ ਜਿਹਾ ਹੋ ਗਿਆ। ਫਿਰ ਉਸਨੇ ਉਹ ਖੜਾਂ ਜੋ ਰਾਣੀ ਦੀ ਚੁਰਾ ਕੇ ਲੈ ਆਂਦੀ ਤੇ ਲੁਕੋ ਕੇ ਰੱਖੀ ਹੋਈ ਸੀ, ਜਾਂ ਵੇਖੀ ਉਹ ਵੀ ਉੱਥੇ ਪਈ ਹੋਈ ਸੀ। ਦੋਵੇਂ ਖੜਾਵਾਂ ਇੱਕ ਸਾਰ ਵੇਖ ਕੇ ਰਾਜਾ ਬੜਾ ਹੀ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ, ਰਾਣੀ, ਇਹ ਤਾਂ ਵੱਡਾ ਹੀ ਅਚਰਜ ਕੌਤਕ ਹੋ ਗਿਆ ਹੈ। ਤੇਰੀ ਖੜਾਂ ਤਾਂ ਮੈਂ ਚੁੱਕ ਕੇ ਲਿਆਇਆ ਸਾਂ, ਇਹ ਦੂਜੀ ਕਿੱਥੋਂ ਆ ਗਈ? ਰਾਣੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਸੁਆਮੀ ਜੀ,
ਗੁਰੂ ਆਪਣੇ ਪ੍ਰੇਮੀਆਂ ਦੀ ਆਪ ਹੀ ਪੈਜ ਰੱਖਦਾ ਹੈ। ਜਦ ਮੇਰੀਆਂ ਖੜਾਵਾਂ ਨਾ ਲੱਭੀਆਂ ਤਾਂ ਸੰਤਾਂ ਨੇ ਨਿਰੰਕਾਰ ਪਾਸ ਪ੍ਰਾਰਥਨਾ ਕੀਤੀ। ਸਾਧ ਸੰਗਤ ਨੇ ਅਰਦਾਸ ਕੀਤੀ। ਕਰਤਾਰ ਜੀ ਨੇ ਸੰਤਾਂ ਦੀ ਪ੍ਰਾਰਥਨਾ ਸੁਣ ਕੇ ਮੇਰੀ ਖੜਾਂ ਵਰਗੀ ਹੋਰ ਖੜਾਂ ਲਭਾ ਦਿੱਤੀ, ਕਿਉਂਕਿ ਸਤਿਗੁਰ ਆਖੇ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਗੁਰਬਾਣੀ ਵਿੱਚ ਲਿਖੀ ਹੈ ਇਹ ਤੁਕ, ਅਰਥਾਤ ਸਤਿਗੁਰ ਜੀ ਜੋ ਆਖਦੇ ਹਨ ਸੱਚਾ ਗੁਰੂ ਉਹੀ ਕਰਦਾ ਹੈ ਅਤੇ ਉਹ ਗੱਲ ਛੇਤੀ ਨਾਲ ਹੀ ਪੂਰੀ ਹੋ ਜਾਂਦੀ ਹੈ। ਰਾਣੀ ਪਾਸੋਂ ਸਤ ਸੰਗਤ ਦੀ ਮਹਿਮਾ ਸੁਣ ਕੇ ਅਤੇ ਪ੍ਰਤਾਪ ਅੱਖੀ ਵੇਖ ਕੇ ਰਾਜਾ ਵੀ ਸਤਸੰਗੀ ਹੋ ਗਿਆ। ਇਸੇ ਸਤਸੰਗ ਦੇ ਪ੍ਰਤਾਪ ਕਰਕੇ ਹੀ ਉਹ ਆਪਣੇ ਧਰਮ ਕਰਮ ਵਿੱਚ ਪ੍ਰਪੱਕ ਹੋ ਕੇ ਅਤੇ ਅਨੇਕਾਂ ਮੁਸੀਬਤਾਂ ਝਾਗ ਕੇ ਵੀ ਧਰਮ ਤੋਂ ਬੇਮੁਖ ਨਾ ਹੋਇਆ। ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ, ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮੀ ਲਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਆਣੀ, ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ, ਰਾਜੇ ਡਿੱਠਾ ਚਲਤੇ ਹੋ, ਇਹ ਖੜਾਂ ਹੈ ਚੋਜ ਵਿਡਾਣੀ। ਸਾਧ ਸੰਗਤ ਵਿਟੋ ਗੁਰ ਬਾਣੀ। ਸਾਧ ਸੰਗਤ ਜੀ ਸਾਰੇ ਆਖ ਲਈਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ